ਲਹੂ ਭਿੱਜੀਆਂ ਬਤਖਾਂ। ਕਹਾਣੀਕਾਰ ਅਫਜ਼ਲ ਤੌਸੀਫ। ਬੜੇ ਦਿਨਾਂ ਦੀ ਗੱਲ ਹੈ। ਸਾਡਾ ਇੱਕ ਘਰ ਹੁੰਦਾ ਸੀ। ਉਹ ਘਰ ਇੱਕ ਪਿੰਡ ਵਿੱਚ ਸੀ। ਪਿੰਡ ਤਾਂ ਅਜੇ ਵੀ ਹੈਗਾ ਹੈ, ਪਰ ਉਹ ਘਰ ਬਹੁਤ ਪਹਿਲਾਂ ਆਪਣੀ ਥਾਂ ਤੋਂ ਮਿਟ ਗਿਆ ਸੀ, ਪਰ ਕੁਝ ਲੋਕਾਂ ਦੇ ਦਿਲਾਂ ਵਿੱਚ ਰਹਿ ਗਿਆ। ਹੁਣ ਤਾਂ ਬਸ ਇੱਕ ਮੇਰਾ ਦਿਲ ਬਾਕੀ ਬਚਿਆ ਹੈ, ਜਿਹਦੇ ਵਿੱਚ ਉਸ ਘਰ ਦੇ ਕਈ ਨਕਸ਼ੇ ਉਸੇ ਤਰ੍ਹਾਂ ਪਏ ਹੋਏ ਨੇ। ਇੱਕ ਨਕਸ਼ੇ ਵਿੱਚ ਚੁਬਾਰਿਆਂ ਵਾਲਾ ਮਕਾਨ ਹੈ, ਵੱਡਾ ਸਾਰਾ ਦਲਾਨ ਹੈ, ਬਹੁਤੇ ਸਾਰੇ ਲੋਕੀ ਨੇ। ਮੇਰੇ ਤਾਏ, ਚਾਚੇ, ਦਾਦੀ, ਦਾਦਾ, ਬੜੀਆਂ ਸੋਹਣੀਆਂ ਮੇਰੇ ਤਾਏ ਦੀਆਂ ਧੀਆਂ, ਨਿੱਕੇ ਨਿਆਣੇ ਤੇ ਇੱਕ ਮੇਰੇ ਵਰਗੀ ਝਾਟੋ ਜਿਹੀ ਕੁੜੀ, ਹੋਰ ਬਥੇਰੀਆਂ ਸ਼ੈਵਾਂ ਹੁਣ ਤਾਈਂ ਉਸੇ ਤਰ੍ਹਾਂ ਆਪਣੀ ਆਪਣੀ ਥਾਂ ਤੇ ਪਈਆਂ ਮੈਨੂੰ ਦਿਸਦੀਆਂ। ਦਾਦੀ ਦਾ ਚਰਖਾ ਤੇ ਲੱਸੀ ਦੀ ਚਾਟੀ ਦਲਾਨ ਵਿੱਚ ਹੀ ਰਹਿੰਦੀ। ਵਿਚਕਾਰ ਕਰਕੇ ਇੱਕ ਚੌਰਸ ਥੰਮਾ ਸੀ, ਜੋ ਕੋਈ ਬਾਹਰੋਂ ਆਉਂਦਾ ਥੰਮੇ ਦੇ ਨਾਲ ਢਾਸਣਾ ਲਾ ਕੇ ਬੈਠ ਜਾਂਦਾ। ਕਿਸੇ ਨੇ ਲੁਕਣਾ ਹੁੰਦਾ, ਥੰਮੇ ਦੇ ਦੂਜੇ ਪਾਸੇ ਜਾ ਲੁਕਦਾ। ਇਸੇ ਦਲਾਨ ਵਿੱਚ ਖੌਰੇ 7 ਦਰਵਾਜ਼ੇ ਖੁੱਲ੍ਹਦੇ ਸੀ। ਦੋਹੀਂ ਪਾਸੀਂ ਵਿਹੜੇ, ਕਈ ਨਿੱਕੇ ਵੱਡੇ ਅੰਦਰ। ਇੱਕ ਦਰਵਾਜ਼ੇ ਨਾਲੋਂ ਪੌੜੀਆਂ ਚੜ੍ਹ ਕੇ ਉੱਪਰ ਨੂੰ ਚਲੀਆਂ ਜਾਂਦੀਆਂ। ਸਿਆਲ ਮਹੀਨੇ ਦੁਪਹਿਰਾਂ ਵੇਲੇ ਬਾਹਰਲੇ ਵਿਹੜੇ ਇੱਕ ਰੁਮੈਲੇ ਵਿੱਚ ਦੁੱਧ ਕੱਢਦਾ। ਚੁੱਲ੍ਹ ਤੇ ਸੋਨੇ ਰੰਗ ਦੀਆਂ ਮਕਈ ਦੀਆਂ ਰੋਟੀਆਂ ਪੱਕਦੀਆਂ। ਇੱਕ ਵਿਹੜੇ ਵਿੱਚ ਇੱਕ ਭਾਰੀ ਜਾਮਨ ਖੜੀ ਸੀ। ਬਰਸਾਤਾਂ ਵਿੱਚ ਵਾਹ ਜੰਮੂ ਖੁੱਲ੍ਹੇ ਦਿਲ ਬਰਸਾਉਂਦੀ। ਤੱਤੀਆਂ ਦੁਪਹਿਰਾਂ ਨੂੰ ਉਹਦੇ ਟਾਹਣਾਂ ਤੇ ਰਾਤ ਉਤੇ ਬੈਠਦੇ, ਗੱਲਾਂ ਕਰੀ ਜਾਂਦੇ। ਹਰ ਪੱਤੀਆਂ ਵਿੱਚ ਟਿਕਿਆ ਹਰਾ ਪੰਛੀ ਆਪਣੀ ਰੱਤੀ ਗਾਨੀ ਕਰਕੇ ਵੱਖਰਾ ਪਛਾਣਿਆ ਜਾਂਦਾ। ਇਸ ਘਰ ਦੇ ਕਈ ਅੰਦਰਾਂ ਵਿੱਚ ਵੱਡੇ ਵੱਡੇ ਬਹੁਤੇ ਸਾਰੇ ਸੰਦੂਕ ਪਏ ਹੋਏ ਸੀ। ਅੱਜ ਉਸ ਤਰ੍ਹਾਂ ਦੇ ਸੰਦੂਕ ਕਿਤੇ ਵੀ ਨਹੀਂ ਵੇਖੇ ਜਾ ਸਕਦੇ। ਮੈਨੂੰ ਤਾਂ ਉਹ ਨਿੱਕੇ ਨਿੱਕੇ ਮਕਾਨਾਂ ਵਰਗੇ ਲੱਗਦੇ ਸੀ। ਵਹੁਟੀ ਦਾ ਸਾਰਾ ਦਾਜ, ਭਾਂਡੇ, ਕੱਪੜੇ, ਬਿਸਤਰ, ਵਿਛਾਉਣੇ, ਪੱਖੀਆਂ, ਟੂੰਬਾਂ, ਸਭ ਕੁਝ ਅੰਦਰ ਸਮੋ ਜਾਂਦੀਆਂ। ਸਾਡੇ ਘਰ ਵਿੱਚ ਅਜਿਹੇ ਕਈ ਸੰਦੂਕ ਆਪਣੀ ਆਪਣੀ ਕਹਾਣੀ ਦਾ ਮੂੰਹ ਨੂੰ ਜੰਤਰਾ ਲਾਈ ਬੈਠੇ ਮੈਨੂੰ ਅੱਜ ਵੀ ਦਿਸਦੇ ਨੇ। ਸਭ ਤੋਂ ਨਿੱਕਾ ਕਾਲਾ ਸੰਦੂਕ ਮੇਰੀ ਪੜਦਾਦੀ ਦਾ ਸੀ। ਮੇਰੇ ਦਾਦੇ ਦੀ ਮਾਂ ਦਾ ਦਾਜ ਇਸ ਸੰਦੂਕ ਵਿੱਚ ਆਇਆ ਹੋਣਾ। ਇਹਦੇ ਨਾਲ ਪਿਆ ਜ਼ਰਾ ਕੁ ਵੱਡਾ ਸੰਦੂਕ ਮੇਰੀ ਦਾਦੀ ਦਾ ਸੀ। ਨਾਲ ਦੇ ਕਮਰੇ ਵਿੱਚ 3 ਹੋਰ ਸੰਦੂਕ ਇੱਕੋ ਜਿਹੇ ਨਾਲ ਰੱਖੇ ਹੋਏ ਮੇਰੀਆਂ ਤਾਈਆਂ ਦੇ ਸਨ। ਪਰ ਸਭ ਤੋਂ ਵੱਡਾ ਤੇ ਵੱਖਰਾ ਦਿਸਣ ਵਾਲਾ ਸੰਨਲੀ ਰੰਗ ਦਾ ਟੂੰਬਾਂ ਵਾਲਾ ਸੰਦੂਕ ਮੇਰੀ ਬੀਜੀ ਦਾ ਸੀ। ਇਸ ਸੰਦੂਕ ਵਿੱਚ ਟੰਬੀਆਂ ਰਜ਼ਾਈਆਂ ਤੇ ਝਾਲਰਾਂ ਵਾਲੇ ਸਰਾਣਿਆਂ ਸਣੇ ਕੋਤਰ 100 ਜੋੜੇ ਕੱਪੜਿਆਂ ਦੇ ਉਸੇ ਤਰ੍ਹਾਂ ਪਏ ਸੀ। ਮੈਨੂੰ ਪਤਾ ਨਹੀਂ, ਕਾਂਸੀ ਦੇ ਕਟੋਰੇ ਕਹਿੰਦੇ ਦਾਜ ਵਿੱਚ ਆਏ, ਤੇ ਦੁੱਧ ਵਾਲੇ ਗੜਵੇ ਕਿਹੜੀ ਭਾਗਵਾਨ ਲੈ ਕੇ ਆਈ। ਆਹੋ, 4 ਵੱਡੇ ਵੱਡੇ ਗੜਵੇ ਸਵੇਰ ਸ਼ਾਮ ਹਵੇਲੀ ਜਾਂਦੇ। ਬੂਰੀਆਂ ਕਾਲੀਆਂ ਦੇ ਦੁੱਧ ਨਾਲ ਭਰੇ ਹੋਏ ਘਰ ਆਉਂਦੇ। ਖਾਲ ਵੜੇਵਾਂ ਖਾਣ ਵਾਲੀਆਂ ਮੱਝਾਂ ਆਪ ਤਾਂ ਹਵੇਲੀ ਰਹਿੰਦੀਆਂ ਸੀ। 4 ਗਲੀਆਂ ਛੱਡ ਕੇ ਸਾਡੀ ਹਵੇਲੀ ਬੜੇ ਪਸਾਰ ਵਾਲੀ ਸੀ। ਉੱਥੇ ਬੜਾ ਕੁਝ ਸੀ, ਬੜਾ ਕੁਝ ਜੋ ਖੇਤਾਂ ਵਿੱਚੋਂ ਆਉਂਦਾ, ਬੜਾ ਕੁਝ ਜੋ ਘਰ ਨੂੰ ਆਉਂਦਾ, ਬੜਾ ਕੁਝ ਜੋ ਘਰੋਂ ਜਾਂਦਾ। ਅਸੀਂ ਆਪ ਕਿਸੇ ਦਿਨ ਹਵੇਲੀ ਜਾਂਦੇ। ਘਰ ਦੇ ਲੋਕ, ਔਰਤਾਂ, ਬੱਚੇ ਸਾਰੇ ਰਲ ਕੇ ਜਾਂਦੇ। ਉਸ ਦੁਨੀਆ ਵਿੱਚ ਜਿੱਥੇ ਘਰ ਦੇ ਆਦਮੀ ਰਹਿੰਦੇ ਸੀ, ਇਸੇ ਤਰ੍ਹਾਂ ਦੀ ਤਕਸੀਮ ਸੀਗੀ। ਆਦਮੀ ਰੋਟੀ ਖਾਣ ਲਈ ਘਰ ਆਉਂਦੇ, ਮੱਖਣ ਦੇ ਪੇੜੇ, ਦਹੀਂ ਦੇ ਕਟੋਰੇ ਖਾਂਦੇ ਪੀਂਦੇ ਔਰਤਾਂ ਨੂੰ ਦਬਕਾ ਝਿੜਕਾ ਮਾਰਦੇ, ਝੱਟ ਘੜੀ ਗੁਜ਼ਾਰ ਕੇ ਹਵੇਲੀ ਪਰਤ ਜਾਂਦੇ। ਹਵੇਲੀ ਦੀ ਗੱਲ ਅਸੀਂ ਅੱਗੇ ਕਰਾਂਗੇ। ਅਜੇ ਤਾਂ ਘਰ ਦੀ ਇੱਕ ਕੋਠੜੀ ਰਹਿੰਦੀ ਹੈ। ਰਹਿੰਦਾ ਤਾਂ ਇੱਕ ਚੁਬਾਰਾ ਵੀ ਹੈ। ਉਹ ਕੋਠੜੀ ਜਿਹਦੇ ਵਿੱਚ ਸੋਨੇ ਦੀਆਂ ਇੱਟਾਂ, ਚਾਂਦੀ ਦੇ ਰੁਪਈਏ ਦੱਬੇ ਹੋਏ ਸੀ। ਬਹਿਣ ਨੂੰ ਪਿਛਲੇ ਤੋਂ ਵੀ ਪਿਛਲੇ ਕਮਰੇ ਦੇ ਪਿੱਛੇ ਇੱਕ ਹਨੇਰੀ ਕੁੱਪ ਕੋਠੜੀ ਸੀਗੀ। ਉਹਦਾ ਇੱਕੋ ਦਰਵਾਜ਼ਾ ਸੰਦੂਕਾਂ ਵਾਲੇ ਕਮਰੇ ਵਿੱਚ ਖੁੱਲਦਾ ਵੀ ਤੇ ਬੰਦ ਵੀ ਰਹਿੰਦਾ। ਬਾਹਰ ਇੱਕ ਲਾਲਟਨ ਲਟਕਦੀ ਰਹਿੰਦੀ।
ਦਿਨ ਵੇਲੇ ਵੀ ਹਨੇਰੇ ਨਾਲ ਭਰੀ ਹੋਈ ਇਸ ਕੋਠੜੀ ਅੰਦਰ ਘਰ ਦਾ ਬੈਂਕ ਤੇ ਹੈ ਹੀ ਸੀ। ਕਈ ਕੋਠੀਆਂ ਵੀ ਵੱਖ-ਵੱਖ ਜਣੀਆਂ ਨਾਲ ਭਰੀਆਂ ਰਹਿੰਦੀਆਂ। ਸਾਨੂੰ ਬੱਚਿਆਂ ਨੂੰ ਕੋਠੜੀ ਅੰਦਰ ਵੇਖਣ ਦਾ ਬੜਾ ਚਾਅ ਸੀ, ਪਰ ਡਰ ਲੱਗਦਾ ਸੀ। ਇੱਕ ਵਾਰੀ ਆਪਣੀ ਵੱਡੀ ਤਾਈ ਨਾਲ ਚੰਬੜੀ ਮੈਂ ਵੀ ਅੰਦਰ ਗਈ ਸਾਂ। ਅੱਜ ਤੋੜੀ 2 ਤਾਸੁਰ, ਇੱਕ ਖੁਸ਼ਬੂ, ਇੱਕ ਨਜ਼ਾਰਾ ਮੇਰੇ ਕੋਲ ਬਿਲਕੁਲ ਕੋਰੇ ਪਖੜੇ ਵਰਗੇ ਪਏ ਹੋਏ ਨੇ। ਉਹ ਖੁਸ਼ਬੂ ਅਚਾਰ ਦੀ ਸੀ ਤੇ ਬਸਾਰ, ਹਲਦੀ ਦੀ, ਵਡਿਆਈ ਦੀ ਤੇ ਨਵੀਂ ਗੁੜ ਦੀ ਖੁਸ਼ਬੂ ਰਲੀ ਮਿਲੀ ਜਿਹੀ ਅੱਜ ਵੀ ਮੇਰੇ ਦਿਮਾਗ ਵਿੱਚ ਵਸਦੀ ਹੈ। ਇਹ ਸਾਰੀਆਂ ਸ਼ੈਵਾਂ ਕੋਰੀਆਂ ਚਾਟੀਆਂ ਵਿੱਚ ਭਰ ਕੇ ਉੱਪਰ ਥੱਲੇ ਤੌੜੀਆਂ ਲੱਗੀਆਂ ਹੋਈਆਂ ਸੀ। ਉਹ ਤੌੜੀਆਂ ਅੱਜ ਵੀ ਮੇਰੀਆਂ ਅੱਖਾਂ ਵਿੱਚ ਨੇ ਤੇ ਮੇਰੀਆਂ ਅੱਖਾਂ ਉਹ ਅਖੀਰਲੀਆਂ ਅੱਖਾਂ ਨੇ ਜਿਨ੍ਹਾਂ ਵਿੱਚ ਉਸ ਘਰ ਦੀਆਂ ਕੋਠੜੀਆਂ, ਚੁਬਾਰੇ ਤੇ ਹਵੇਲੀ ਉਸੇ ਤਰ੍ਹਾਂ ਖੜੇ ਨੇ। ਸਾਡੀ ਹਵੇਲੀ ਇੱਕ ਖੁੱਲੇ ਡੁੱਲੇ ਡੇਰੇ ਵਰਗੀ ਸੀ। ਖੇਤਾਂ ਦੀ ਆਮਦਨੀ ਪਹਿਲਾਂ ਇੱਥੇ ਆਉਂਦੀ। ਮੱਝਾਂ, ਗਾਈਆਂ, ਬੈਲਾਂ ਦੀਆਂ ਜੋੜੀਆਂ ਤੇ ਘੋੜੀਆਂ ਇੱਥੇ ਰਹਿੰਦੀਆਂ। ਘਰ ਦੇ ਆਦਮੀ ਤੇ ਕਾਮੇ ਵੀ। ਮੇਰੀ ਵੱਡੀ ਤਾਈ ਕੁੜੀਆਂ ਨੂੰ ਨਾਲ ਲੈ ਕੇ ਕਿਸੇ ਦਿਨ ਹਵੇਲੀ ਦਾ ਫੇਰਾ ਮਾਰਦੀ। ਸਾਨੂੰ ਵੇਖਦੇ ਸਾਰ ਗਾਈਆਂ ਅੜਿੰਗਦੀਆਂ, ਮੱਝੀਆਂ ਕੱਟੀਆਂ ਅੜਾਂਦੀਆਂ, ਮੁਲਾਕਾਤ ਲਈ ਨੇੜੇ ਬੁਲਾਉਂਦੀਆਂ। ਅਸੀਂ ਉਹਨਾਂ ਲਈ ਮਠਿਆਈ ਜੋ ਲੈ ਕੇ ਜਾਂਦੇ ਸੀ, ਆਟੇ ਦੇ ਪੇੜੇ ਅਸੀਂ ਉਹਨਾਂ ਨੂੰ ਦਿੰਦੇ। ਉਹ ਖੁਸ਼ ਹੋ ਕੇ ਸਾਡੇ ਹੱਥ ਚੱਟਦੀਆਂ, ਕਦੇ ਤਾਂ ਸਿਰ ਮੂੰਹ ਵੀ ਚੁੰਮ ਲੈਂਦੀਆਂ। ਹਵੇਲੀ ਦੇ ਇੱਕ ਪਾਸੇ ਕਰਕੇ ਤੂੜੀ ਦੇ ਵੱਡੇ ਵੱਡੇ ਕੁੱਪ ਮੈਨੂੰ ਬੜੇ ਚੰਗੇ ਲੱਗਦੇ। ਅੱਜ ਮੈਨੂੰ ਚੀਨ ਜਾਂ ਬੈਂਕਾਕ ਦੇ ਪੰਘੂੜੇ ਉਹਨਾਂ ਕੁੱਪਾਂ ਵਰਗੇ ਲੱਗਦੇ ਨੇ। ਇੱਕ ਵਾਰੀ ਗਰਮੀਆਂ ਦੇ ਮੌਸਮ, ਉਹ ਖੌਰੇ ਸਾਡੀ ਹਵੇਲੀ ਦਾ ਆਖਰੀ ਮੌਸਮ ਸੀ, ਕਿਸੇ ਨੌਕਰ ਕਾਮੇ ਨੇ ਕੁੱਪਾਂ ਉੱਤੇ ਤੋਰੀ ਦੀਆਂ ਬੇਲਾਂ ਚੜਾ ਦਿੱਤੀਆਂ। ਸਬਜ਼ ਕਾਈ ਪੱਤੇ, ਬਸੰਤੀ ਫੁੱਲਾਂ ਦੀ ਬਹਾਰ। ਜੇ ਕਿਤੇ ਮੈਂ ਪੇਂਟਰ ਹੁੰਦੀ ਤਾਂ ਉਸ ਮੰਜ਼ਰ ਦੀ ਤਸਵੀਰ ਅੱਜ ਵੀ ਬਣਾ ਸਕਦੀ। ਅਜਬ ਦੁਨੀਆ ਹੈ ਯਾਦਾਂ ਵਾਲੀ। ਕਿੰਨੇ ਮੌਸਮ ਬਦਲੇ, ਕਿੰਨੀਆਂ ਹਨੇਰੀਆਂ ਝੁੱਲੀਆਂ, ਵੇਲਾ ਆਪੇ ਝੱਖੜ ਬਣ ਕੇ ਝੁੱਲੀ ਗਿਆ, ਪਰ ਉਹ ਮੰਜ਼ਰ ਉਸੇ ਤਰ੍ਹਾਂ ਸਜਰਾ ਅੱਜ ਵੀ ਮੈਨੂੰ ਲੱਗਦਾ ਹੈ। ਤੂੜੀ ਦੇ ਕੁੱਪ ਤੇ ਚੜੀ ਹੋਈ ਵੇਲ ਨੂੰ ਉਸੇ ਤਰ੍ਹਾਂ ਬਸੰਤੀ ਫੁੱਲ ਖਿੜੇ ਹੋਏ ਹੋਣਗੇ। ਅੱਜ ਵੀ ਲੱਗਦਾ ਹੈ ਮੇਰੇ ਹੱਥੋਂ ਆਟੇ ਦਾ ਪੇੜਾ ਲੈ ਕੇ ਬੂਰੀ ਨੇ ਮੇਰਾ ਮੂੰਹ ਸਿਰ ਚੁੰਮ ਲਿਆ ਹੈ। ਹੋਰ ਕੀ ਕੁਝ ਨਹੀਂ। ਅਮਨ ਦੀ ਇੱਕ ਤਸਵੀਰ ਵਿੱਚ ਇੱਕ ਮੋਰਨੀ ਆਂਡਿਆਂ ਤੇ ਬੈਠੀ ਹੈ। ਸਾਡੀ ਹਵੇਲੀ ਦੇ ਇੱਕ ਪਾਸੇ ਜੰਗਲ ਵਰਗਾ ਹਿੱਸਾ ਸੀ। ਉਸੇ ਦੇ ਨਾਲ ਅਗਾਂਹ ਨੂੰ ਕਰਕੇ ਤਲਾਬ ਵਰਗੇ ਛੱਪੜ, ਬਥੇਰੇ ਪਰਿੰਦੇ ਪੰਛੀ ਗਾਉਂਦੇ, ਬੋਲਦੇ, ਕਲਕਾਰੀਆਂ ਮਾਰਦੇ, ਆਲਣੇ ਬਣਾ ਕੇ ਉੱਥੇ ਰਹਿੰਦੇ ਵਸਦੇ ਸੀ। ਛੱਪੜ ਵੀ ਘੱਟ ਆਬਾਦ ਨਹੀਂ ਸੀ। ਉਹਦੇ ਵਿੱਚ ਮੱਛੀਆਂ, ਮੱਝਾਂ ਤੇ ਬਤਖਾਂ ਤਰਦੀਆਂ ਰਹਿੰਦੀਆਂ। ਹਵੇਲੀ ਨੇੜੇ ਇੱਕੋ ਸ਼ੈ ਸੀ ਜਿਹਦੇ ਕੋਲੋਂ ਭੈ ਆਉਂਦਾ, ਉਹ ਸੀ ਸ਼ਮਸ਼ਾਨ ਘਾਟ। ਜਾਂ ਸਵੇਰੇ ਹਿੰਦੂ ਸਿੱਖ ਮੁਰਦੇ ਉੱਥੇ ਸਾੜਦੇ, ਧੂੰਆਂ ਨਜ਼ਰ ਆਉਂਦਾ। ਉਸ ਵੇਲੇ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਸੇ ਦਿਨ ਉਸੇ ਥਾਂ ਮੇਰੀ ਤਾਈ ਦਾ ਮੁਰਦਾ ਵੀ ਸਾੜਿਆ ਜਾਣਾ ਸੀ। ਤਾਈ ਜੋ ਕਿਸੇ ਸ਼ਿੰਗ ਸੱਪ ਕੋਲੋਂ ਨਹੀਂ ਸੀ ਡਰਦੀ, ਪਰ ਸਿਵਿਆਂ ਦੇ ਧੂਏ ਕੋਲੋਂ ਬੜਾ ਡਰਦੀ ਸੀ। ਖੌਰੇ ਉਸੇ ਨੇ ਹਵੇਲੀ ਦੀਆਂ ਕੰਧਾਂ ਉੱਚੀਆਂ ਕਰਨ ਦੀ ਸਲਾਹ ਦਿੱਤੀ ਸੀ। ਉਹ ਵੇਲਾ ਉਸ ਦਿਨ ਪਿੱਛੇ ਖੜਾ ਹੱਸ ਰਿਹਾ ਸੀ, ਜਿਸ ਦਿਨ ਮੇਰੇ ਤਾਏ ਨੇ 40 ਕਨਾਲ ਉੱਤੇ ਪਸਰੇ ਹੋਏ ਹਵੇਲੀ ਦੇ ਅਹਾਤੇ ਨੂੰ ਨਜ਼ਰ ਭਰ ਕੇ ਵੇਖਦੇ ਹੋਏ ਸੋਚਿਆ, ਹੁਣ ਤਾਂ ਆਪਣੀਆਂ ਜੜ੍ਹਾਂ ਲੱਗ ਗਈਆਂ। ਇਸ ਕੱਚੀ ਪੱਕੀ ਹਵੇਲੀ ਨੂੰ ਸ਼ਾਨਦਾਰ ਤੇ ਪੱਕੀ ਕਰਕੇ ਬਣਾ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿੰਨਾ ਚਿਰ ਇੱਕ ਦੁੱਖ ਹੰਢਾਇਆ ਸੀ। ਉਹ ਦੁੱਖ ਦੁਨੀਆ ਤੋਂ ਔਂਤਰੇ ਨਖੱਤਰੇ ਚਲੇ ਜਾਣ ਦੇ ਡਰ ਨਾਲ ਪੈਦਾ ਹੋਇਆ ਸੀ। ਉਹ ਡਰ ਉਸ ਦਿਨ ਜੰਮਿਆ ਜਿਸ ਦਿਨ ਤਾਏ ਦੇ ਬਹੁਤ ਸੋਹਣੇ ਸੁਣੱਖੇ ਜਵਾਨ ਹੁੰਦੇ ਇੱਕੋ ਇੱਕ ਪੁੱਤਰ ਨਸੀਰ ਅਹਿਮਦ ਨੇ ਆਪਣੀਆਂ ਕਿਤਾਬਾਂ ਉੱਤੇ ਪਰਦੇਸੀ ਪ੍ਰਾਹੁਣਾ ਲਿਖ ਕੇ ਖੁਦਕੁਸ਼ੀ ਕਰ ਲਈ।
ਉਸ ਵੇਲੇ ਤਾਈਂ ਤਾਏ ਦੀ ਦੂਜੀ ਵਹੁਟੀ ਵੀ ਇੱਕ ਕੁੜੀ ਨੂੰ ਜਨਮ ਦੇ ਕੇ ਮਰ ਗਈ ਹੋਈ ਸੀ। ਛੋਟੇ ਤਾਏ ਦੀ ਜ਼ਨਾਨੀ ਵੀ ਇੱਕੋ ਕੁੜੀ ਜੰਮ ਕੇ ਰੋਗਣ ਹੋ ਗਈ। ਇੰਨਾ ਹੀ ਨਹੀਂ, ਪਿਛਲੀ ਪੀੜ੍ਹੀ ਦੇ ਕਈ ਬਜ਼ੁਰਗ ਬੇਔਲਾਦ ਆਪਣੀਆਂ ਜ਼ਮੀਨਾਂ ਲਾਵਾਰਸ ਛੱਡ ਗਏ। ਤਾਏ ਦੇ ਸਾਹਮਣੇ ਇੱਕ ਵੱਡਾ ਚੈਲੰਜ ਆ ਗਿਆ ਤਾਂ ਉਹਨੇ ਤਦਬੀਰ ਨਾਲ ਕਬੂਲਿਆ। ਆਪਣੇ ਨਿੱਕੇ ਭਰਾ ਦਾ ਵਿਆਹ ਕੀਤਾ, ਨਾਲ ਹੀ ਆਪਣਾ ਵੀ ਤੀਜਾ ਵਿਆਹ ਕਰਵਾ ਲਿਆ। ਇੱਕ ਸੋਹਣੀ ਜਿਹੀ ਗਰੀਬ ਯਤੀਮ ਕੁੜੀ ਨੂੰ ਵਹੁਟੀ ਬਣਾ ਕੇ ਆਸ ਨਾਲ ਉਹਦਾ ਘੁੰਡ ਚੁੱਕਿਆ। ਬਸ ਇੱਕ ਪੁੱਤਰ, ਇੱਕ ਵਾਰਸ। ਸਾਲ ਪਿੱਛੋਂ ਤਾਏ ਦੇ ਘਰ ਕੁੜੀ ਜੰਮ ਪਈ, ਇੱਕ ਹੋਰ ਕੁੜੀ। ਇਸੇ ਤਰ੍ਹਾਂ ਭਰਾ ਦੇ ਘਰ ਵੀ ਪੁੱਤਰ ਦੀ ਆਸ ਵੀ ਪੂਰੀ ਨਾ ਹੋਈ। ਫੇਰ ਅੱਗੋਂ ਕਈ ਸਾਲ ਕਈ ਹੋਰ ਕੁੜੀਆਂ ਜੰਮੀਆਂ। ਤਾਏ ਦੇ ਅੰਦਰ ਕੁੜੱਤਣ ਭਰੀ, ਪਰ ਚੌਧਰੀ ਨਿਆਮਤ ਖਾਂ ਦਾ ਕੜਕਾ ਦੜਕਾ ਉਸੇ ਤਰ੍ਹਾਂ ਦਾ ਰਿਹਾ। ਸ਼ਰੀਕਾਂ ਦੀਆਂ ਗੱਲਾਂ ਤਿੱਖੇ ਸੂਏ ਵਾਂਗ ਚੁਭਦੀਆਂ, ਪਰ ਹਾਲਾਤ ਦੇ ਪਿੰਜਰੇ ਵਿੱਚ ਪਿਆ ਸ਼ੇਰ ਕੀ ਕਰੇ। ਰਿਜ਼ਕ ਬਥੇਰਾ ਸੀ, ਦੁੱਧ ਦੀਆਂ ਲਹਿਰਾਂ, ਪੁੱਤਰ ਕੋਈ ਨਾ। ਘਰ ਭਰਿਆ ਹੋਇਆ ਸੀ, ਪਰ ਨਿਰੀਆਂ ਜ਼ਨਾਨੀਆਂ ਤੇ ਕੁੜੀਆਂ ਨਾਲ। ਤਾਈਓ ਸ਼ਬੀਰ ਜੰਮਿਆ, ਤਾਏ ਦਾ ਪੁੱਤਰ, ਜ਼ਮੀਨਾਂ ਦਾ ਵਾਰਸ। ਤਾਏ ਨੇ ਆਪਣੇ ਨਿੱਕੇ ਜੰਮੇ ਪੁੱਤਰ ਨੂੰ ਹੱਥਾਂ ਉੱਤੇ ਰੱਖ ਕੇ ਉਹਦੀ ਜਵਾਨੀ ਦਾ ਤਸੱਵਰ ਕੀਤਾ ਤੇ ਫੇਰ ਪਿਛਲੀ ਕੋਠੜੀ ਵਿੱਚ ਦੱਬੀ ਹੋਈ ਸੋਨੇ ਦੀ ਦੇਗ ਬਾਹਰ ਕੱਢ ਲਈ। ਹੁਣ ਹਵੇਲੀ ਨਵੇਂ ਸਿਰੇ ਤੋਂ ਬਣਾਉਣੀ ਸੀ। ਅਹਾਤੇ ਵਿੱਚ ਕਾਜ਼ੀਆਂ ਦੇ ਬਾਗ ਦੀ ਕੁਝ ਜ਼ਮੀਨ ਆਈ ਹੋਈ ਸੀ। ਤਾਏ ਨੇ ਉਸੇ ਤਰ੍ਹਾਂ ਰਹਿਣ ਦਿੱਤੀ। ਦੂਜੇ ਪਾਸੇ ਸਿੱਖਾਂ ਦੇ ਅਹਾਤੇ ਬਹੁਤ ਸਾਰੀ ਜ਼ਮੀਨ ਚਲੀ ਗਈ ਹੋਈ ਸੀ। ਤਾਏ ਨੇ ਉਸੇ ਤਰ੍ਹਾਂ ਰਹਿਣ ਦਿੱਤੀ। ਵਜ੍ਹਾ ਕਾਜ਼ੀ ਰਾਜਪੂਤ ਨਹੀਂ ਸੀ, ਨਾ ਦੂਜੇ ਪਾਸੇ ਵਾਲੇ ਰਾਜਪੂਤਾਂ ਤੋਂ ਸਿੱਖ ਹੋਏ ਸੀ। ਇਹ ਨਿਰੀ ਤਾਏ ਦੀ ਗੱਲ ਨਹੀਂ, ਹੋਰ ਸਾਰੇ ਵੀ ਮਜ਼ਹਬ ਕੋਲੋਂ ਵੱਧ ਜ਼ਾਤ ਨੂੰ ਮੰਨਦੇ ਸੀ। ਦੋਸਤੀਆਂ ਵਰਤਾਰੇ ਰਾਜਪੂਤਾਂ ਨਾਲ, ਥੋੜ੍ਹੀ ਜਿਹੀ ਇੱਜ਼ਤ ਸੈਯਦਾਂ ਦੀ। ਹਵੇਲੀ ਮੁਕੰਮਲ ਹੋਣ ਦਾ ਸਾਲ ਤਾਏ ਨੂੰ ਸੱਟਾਂ ਲੱਗਣ ਦਾ ਸਾਲ ਸੀ। ਚੜ੍ਹਦੇ ਚੇਤਰ ਬੜਾ ਭਾਰਾ ਐਕਸੀਡੈਂਟ ਹੋਇਆ। ਤਾਇਆ ਆਪਣੀਆਂ ਟੁੱਟੀਆਂ ਭੱਜੀਆਂ ਲੱਤਾਂ ਬਾਹਾਂ ਉੱਤੇ ਪੱਟੀਆਂ ਪਲਸਤਰ ਲਵੇਟੀ ਲਾਚਾਰ ਮੰਜੀ ਤੇ ਪੈ ਗਿਆ। ਕਈ ਮਹੀਨੇ ਇਸੇ ਤਰ੍ਹਾਂ ਦੇ ਲੰਘੇ। ਫੇਰ ਸੌਣ ਚੜ੍ਹਿਆ। ਧਰਤੀ ਵਿੱਚ ਬੀਜ ਪਾਉਣ ਤੇ ਪਾਣੀ ਲਾਉਣ ਦਾ ਮੌਸਮ ਹਰ ਸਾਲ ਆਉਂਦਾ ਸੀ, ਪਰ ਨਹੀਂ, ਐਤਕਾਂ ਪੰਜਾਬ ਦੀ ਧਰਤੀ ਨਾਲ ਕੁਝ ਹੋਰ ਜਿਹਾ ਹੋਣਾ ਸੀ। ਐਤਕਾਂ ਧਰਤੀ ਨੂੰ ਅੱਗਾਂ ਲੱਗਣੀਆਂ ਸੀ, ਅਸਮਾਨੋਂ ਲਹੂ ਵਰਨਾ ਸੀ ਤੇ ਪਿੰਡ ਸਿੰਬਲੀ ਦੇ ਖੂਹਾਂ ਵਿੱਚ ਉਹਦੀਆਂ ਸੋਹਣੀਆਂ ਧੀਆਂ ਦੀਆਂ ਲਾਸ਼ਾਂ ਤਰਨੀਆਂ ਸੀ। ਤਾਏ ਨੂੰ ਕੱਖ ਪਤਾ ਨਹੀਂ ਸੀ। ਉਹਨੇ ਆਪਣੇ ਕਾਮਿਆਂ ਨੂੰ ਸੱਦ ਕੇ ਸੌਣੀ ਬੀਜਣ ਬਾਰੇ ਪੁੱਛਿਆ ਦੱਸਿਆ। ਗੰਨੇ ਕਪਾਹ ਦੀਆਂ ਫਸਲਾਂ ਬਾਰੇ ਜਾਣਕਾਰੀ ਲਈ। ਉਹਦਾ ਕਿੱਡਾ ਦਿਲ ਕਰਦਾ ਸੀ ਆਪਣੀ ਹਵੇਲੀ ਜਾ ਕੇ ਬੈਠੇ, ਖੂਹ ਤੇ ਜਾਵੇ, ਖੇਤਾਂ ਨੂੰ ਗੇੜਾ ਮਾਰੇ। ਟੁੱਟੀ ਲੱਤ ਨੇ ਕਿੱਡਾ ਲਾਚਾਰ ਕੀਤਾ। ਇਸੇ ਸਾਲ ਮੁੰਡੇ ਨੂੰ ਸਕੂਲੇ ਪਾਉਣਾ ਸੀ, ਕੁੜੀ ਦਾ ਵਿਆਹ ਵੀ ਕਰਨਾ ਸੀ। ਵੇਲੇ ਦਾ ਛਲਾਵਾ ਚੁਬਾਰੇ ਦੀ ਤਾਕੀ ਵਿੱਚੋਂ ਝਾਤੀ ਮਾਰ ਕੇ ਚੌਧਰੀ ਨਿਆਮਤ ਨੂੰ ਇੱਕ ਵਸਵਸਾ ਦੇ ਗਿਆ। ਹੁਣ ਧੂਆਂ ਕਿਤੋਂ ਆਪਣੇ ਪਿੰਡ ਵਿੱਚੋਂ ਉੱਠ ਰਿਹਾ ਸੀ। ਛੇਤੀ ਨਾਲ ਉਹਨੇ ਆਪਣੇ 6 ਕੁ ਵਰ੍ਹਿਆਂ ਦੇ ਮੁੰਡੇ ਨੂੰ ਤੁਖਦੀ ਬਾਂਹ ਦੇ ਕਲਾਵੇ ਵਿੱਚ ਲੈ ਲਿਆ। ਕੁੜੀਏ ਤਾਕੀਆਂ ਬੰਦ ਕਰ ਦੇ। ਉਹਨੇ ਆਪਣੀ ਅੱਤ ਸੋਹਣੀ ਜਵਾਨ ਕੁੜੀ ਨੂੰ ਜ਼ਿੰਦਗੀ ਦਾ ਆਖਰੀ ਝਿੜਕਾ ਦਿੱਤਾ। ਕਿੱਡੀ ਗਲਤੀ ਕਰ ਛੱਡੀ। ਰਾਮ ਰੱਖੇ ਦੀ ਗੱਲ ਮੰਨ ਲਈ, ਉਹਦੀ ਨਾ ਮੰਨੀ। ਉਹ ਜਿਹੜਾ ਫੌਜੀ ਪਹਿਰੇ ਵਿੱਚ ਸਾਰਿਆਂ ਨੂੰ ਲੈਣ ਆਇਆ ਸੀ। ਇੱਕ ਦਿਨ ਪਹਿਲਾਂ ਪਿੰਡ ਦੇ ਨਿੱਕੇ ਮੋਟੇ ਘਰ ਆਪਣਾ ਗੱਡਾ ਜੋੜ ਕੇ ਫੌਜ ਦੀ ਅਗਵਾਈ ਵਿੱਚ ਪਨਾਹਗੀਰ ਕੈਂਪ ਚਲੇ ਗਏ ਸੀ। ਜਾਣ ਤੋਂ ਪਹਿਲਾਂ ਕਪਤਾਨ ਖੁਸ਼ੀ ਮੁਹੰਮਦ ਆ ਕੇ ਜ਼ੋਰ ਲਾਉਂਦਾ ਰਿਹਾ, ਖਤਰੇ ਵਾਲੀ ਗੱਲ ਦੱਸਦਾ ਰਿਹਾ, ਪਰ ਨਹੀਂ, ਤਾਏ ਨੂੰ ਆਪਣੇ ਸਿੱਖ ਹਿੰਦੂ ਦੋਸਤਾਂ ਉੱਤੇ ਭਰੋਸਾ ਬੜਾ ਸੀ। ਇੱਕ ਗੱਲ ਹੋਰ ਵੀ ਸੀ। ਕੈਪਟਨ ਖੁਸ਼ੀ ਮੁਹੰਮਦ ਇੱਕ ਹੇਠੇ ਜਿਹੇ ਘਰ ਦਾ ਮੁੰਡਾ, ਕਦੇ ਤਾਏ ਦੇ ਨਸੀਰ ਅਹਿਮਦ ਨਾਲ ਪੜ੍ਹਦਾ ਸੀ। ਹੋਸਟਲ ਵਿੱਚ ਦੋਵੇਂ ਰੂਮਮੇਟ ਸਨ। ਉਹ ਥਾਂ ਜਿੱਥੇ ਨਸੀਰ ਨੇ ਕੁਝ ਖਾ ਕੇ ਖੁਦਕੁਸ਼ੀ ਕੀਤੀ, ਤਾਏ ਨੇ ਉਸੇ ਦੇ ਸਾਹਮਣੇ ਡਾਕਟਰ ਦੇ ਪੈਰ ਫੜ ਕੇ ਮਿੰਨਤਾਂ ਕੀਤੀਆਂ ਸੀ। ਆਪਣੀ ਸਾਰੀ ਜ਼ਮੀਨ ਉਹਨੂੰ ਦੇਣ ਦਾ ਵਾਅਦਾ ਕੀਤਾ, ਬਸ ਇੱਕ ਵਾਰੀ ਉਹਦੇ ਇਕਲੌਤੇ ਪੁੱਤਰ ਨੂੰ ਬਚਾ ਲਵੇ।
ਅੱਜ ਉਹ ਤਾਏ ਦੇ ਅਖੀਰਲੇ ਪੁੱਤਰ ਨੂੰ ਬਚਾਉਣ ਦਾ ਚਾਰਾ ਕਰ ਰਿਹਾ ਸੀ। ਪਰ ਸਾਰੀ ਗੱਲ ਇਸ ਤਰ੍ਹਾਂ ਹੁੰਦੀ ਤਾਂ ਖੌਰੇ ਕਹਾਣੀ ਕਿਸ ਤਰ੍ਹਾਂ ਹੁੰਦੀ। ਵਿਚਲੀ ਗੱਲ ਇੱਕ ਹੋਰ ਵੀ ਸੀ। ਥੋੜੇ ਦਿਨ ਪਹਿਲਾਂ ਕਪਤਾਨ ਖੁਸ਼ੀ ਮੁਹੰਮਦ ਨੇ ਆਪਣੇ ਬਾਪ ਨੂੰ ਭੇਜ ਕੇ ਤਾਏ ਦੀ ਸੋਹਣੀ ਧੀ ਦਾ ਰਿਸ਼ਤਾ ਮੰਗਿਆ ਸੀ। ਇਨਕਾਰ ਤਾਂ ਹੋਣਾ ਸੀ, ਪਰ ਏਡੇ ਖਰਵੇ ਤਰੀਕੇ ਨਾਲ ਨਹੀਂ। ਜ਼ਾਤ ਭਾਵੇਂ ਇੱਕੋ ਸੀਗੀ, ਜ਼ਮੀਨ ਥੋੜੀ ਸੀ, ਪਰ ਰਿਸ਼ਤਾ ਦੇਣ ਤੋਂ ਇਨਕਾਰ ਦੀ ਵਜ੍ਹਾ ਬਿਲਕੁਲ ਹੋਰ ਸੀਗੀ। ਕਿਤੇ ਗਲੀ ਵਿੱਚੋਂ ਲੰਘਦੀ ਹੁਸਨ ਪਰੀ ਦੀ ਇੱਕ ਝਲਕ ਉਸ ਜਵਾਨ ਨੇ ਵੇਖ ਲਈ ਤਾਂ ਮੁੜ ਕੇ ਕਈ ਵਾਰੀ ਉਸ ਰਸਤੇ ਆਉਂਦਾ ਜਾਂਦਾ ਵੀ ਵੇਖਿਆ ਗਿਆ। ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੁੰਦੀ। ਹੁਣ ਜਦੋਂ ਉਹ ਫੌਜੀ ਗੱਡੀਆਂ ਲੈ ਕੇ ਸਾਰਿਆਂ ਨੂੰ ਲੈਣ ਵਾਸਤੇ ਆਇਆ ਤਾਂ ਜ਼ਾਹਰ ਹੈ ਉਹਨੇ ਸਾਰਿਆਂ ਦੇ ਨਾਲ ਉਸ ਕੁੜੀ ਨੂੰ ਵੀ ਲੈ ਕੇ ਜਾਣਾ ਸੀ। ਖੌਰੇ ਦਿਲ ਵਿੱਚ ਬਿਠਾ ਕੇ ਲੈ ਜਾਂਦਾ, ਖੌਰੇ ਅੱਖਾਂ ਵਿੱਚ ਲੁਕਾ ਕੇ ਉਹਦੀ ਹਿਫਾਜ਼ਤ ਕਰਦਾ। ਇੱਕ ਦਿਨ ਪਹਿਲਾਂ ਉਹ ਆਪ ਚੱਲ ਕੇ ਘਰ ਆਇਆ। ਇੱਕੋ ਇੱਕ ਦਿਨ ਪਹਿਲਾਂ ਉਹ ਵਰਦੀ ਪਾਈ ਤਾਏ ਦੇ ਸਾਹਮਣੇ ਹੱਥ ਬੰਨ੍ਹੀ ਖੜਾ ਸੀ, ਪਰ ਮੇਰਾ ਤਾਇਆ ਉਹਦੀ ਦਰਖਾਸਤ ਨੂੰ ਅਣਸੁਣਿਆ ਕਰਕੇ ਆਪਣੇ ਦੋਸਤ ਰਾਮ ਰੱਖੇ ਦੀ ਗੱਲ ਨੂੰ ਪੂਰੀ ਤਵੱਜੋ ਦੇ ਰਿਹਾ ਸੀ। ਤੂੰ ਫਿਕਰ ਇੱਕ ਨਾ ਕਰ ਚੌਧਰੀ, ਪਿੰਡ ਵਾਲੇ ਤੇਰੇ ਨਾਲ ਨੇ। ਘਰ ਛੱਡ ਕੇ ਕਾਹਨੂੰ ਜਾਣਾ? ਥੋੜੇ ਦਿਨਾਂ ਨੂੰ ਹਾਲਾਤ ਠੀਕ ਹੋ ਹੀ ਜਾਣਗੇ। ਰਾਮ ਰੱਖੇ ਦੀ ਇਹ ਗੱਲ ਕਿਸੇ ਵੀ ਗਰੀਬ ਗੁਰਬੇ ਮੁਸਲਮਾਨ ਨੂੰ ਠੀਕ ਨਾ ਲੱਗੀ, ਪਰ ਸਾਰੇ ਰੱਜੇ ਪੁੱਜੇ ਰਾਜਪੂਤਾਂ ਦੇ ਦਿਲ ਨੂੰ ਚੰਗੀ ਲੱਗੀ। ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੇ ਉਸ ਰਲੇ ਮਿਲੇ ਪਿੰਡ ਵਿੱਚ ਸਦੀਆਂ ਪਿੱਛੋਂ ਇੱਕ ਰਾਤ ਅਜਿਹੀ ਵੀ ਆਈ ਜਦੋਂ ਮੁਸਲਮਾਨ ਜ਼ੈਲਦਾਰਾਂ, ਨੰਬਰਦਾਰਾਂ ਤੇ ਹੋਰ ਕਈ ਖਾਂਦੇ ਪੀਂਦੇ ਘਰਾਂ ਨੇ ਆਪਣੇ ਲੋਕਾਂ ਦੇ ਨਾਲ ਪਨਾਹਗੀਰ ਕੈਂਪ ਜਾਣ ਦੀ ਬਜਾਏ ਆਪਣੇ ਪਿੰਡ ਰਹਿਣ ਦਾ ਫੈਸਲਾ ਕੀਤਾ। ਉਹ ਰਾਤ ਬੇਇਤਬਾਰੀ ਦੀ ਰਾਤ ਸੀਗੀ। ਸ਼ਿਕਾਰੀ ਸ਼ਿਕਾਰ ਤੇ ਨਿਕਲੇ ਹੋਏ ਸੀ। ਲਾਠੀਆਂ, ਛਵੀਆਂ, ਬਾਲੇ, ਕੁਹਾੜੀਆਂ, ਗੰਡਾਸੇ। ਬੰਦੇ ਵੱਢ ਦਿਓ, ਦੌਲਤ ਲੁੱਟ ਲਵੋ, ਕੁੜੀਆਂ ਚੁੱਕ ਲਵੋ। ਮਜ਼ਹਬ ਨੇ ਆਰਡਰ ਦਿੱਤਾ, ਆਜ਼ਾਦੀ ਨੇ ਪਾਸ ਕੀਤਾ। ਉਹ ਸਾਲ 47 ਦਾ ਮਹੀਨਾ ਅਗਸਤ ਦਾ ਤੇ ਸੀ। ਰਾਤ 14-15 ਤਾਰੀਖ ਦੇ ਵਿਚਾਲੇ ਵਾਲੀ। ਸੁਣਿਆ ਬੜੀ ਕਾਲੀ ਰਾਤ ਸੀਗੀ। ਸਾਡੇ ਸਾਰੇ ਘਰ ਵਿੱਚ ਪਿਛਲੀ ਕੋਠੜੀ ਵਰਗਾ ਹਨੇਰਾ ਸੀ, ਪਰ ਅੱਧੀ ਰਾਤ ਨੂੰ ਕੁੱਕੜਾਂ ਨੇ ਬਾਂਗਾਂ ਜ਼ਰੂਰ ਦਿੱਤੀਆਂ। ਮੇਰੀ ਤਾਈ ਵੀ ਰੋਜ਼ ਨਾਲੋਂ ਪਹਿਲੋਂ ਉੱਠੀ। ਰੋਜ਼ਿਆਂ ਦਾ ਮਹੀਨਾ ਸੀ ਨਾ। ਉਹਨੇ ਆਪਣੀ ਜ਼ਿੰਦਗੀ ਦਾ ਤੇ ਉਸ ਘਰ ਦਾ ਆਖਰੀ ਦੀਵਾ ਬਾਲਿਆ ਤੇ ਫੇਰ ਇੱਕ ਚਾਟੀ ਦਾ ਦੁੱਧ ਰਿੜਕਣ ਤੋਂ ਪਹਿਲਾਂ ਅੱਧਾ ਦਹੀਂ ਕੱਢ ਕੇ ਰੱਖ ਲਿਆ। ਸਰਗੀ ਵਿੱਚ ਸਾਰੀਆਂ ਸ਼ੈਵਾਂ ਤਾਜ਼ੀਆਂ ਹੁੰਦੀਆਂ ਨੇ। ਮੱਖਣ, ਦਹੀਂ ਤੇ ਲੱਸੀ, ਕਣਕ ਦੀਆਂ ਰੋਟੀਆਂ। ਘਰ ਦੀਆਂ ਕੁੜੀਆਂ, ਜ਼ਨਾਨੀਆਂ ਸਾਰੇ ਰੋਜ਼ੇ ਰੱਖਦੀਆਂ, ਪਰ ਆਦਮੀ ਭਾਵੇਂ ਸਰਗੀ ਜ਼ਰੂਰ ਖਾਂਦੇ, ਸਗੋਂ ਸਾਰਾ ਦਿਨ ਕੁਝ ਵੀ ਨਾ ਖਾਂਦੇ, ਫੇਰ ਵੀ ਰੋਜ਼ਾ ਨਾ ਰੱਖਦੇ। ਖੇਤਾਂ ਤੇ ਲੱਸੀ ਦੇ ਗੜਵੇ ਚਲੇ ਜਾਂਦੇ, ਪਰ ਉਸ ਦਿਨ ਕੋਈ ਵੀ ਕਾਮਾ ਲੱਸੀ ਲੈਣ ਵਾਸਤੇ ਨਾ ਆਇਆ। ਉਸ ਰਾਤ ਪਲ ਵਾਸਤੇ ਵੀ ਤਾਏ ਦੀ ਅੱਖ ਨਾ ਲੱਗੀ। ਉਹਦੇ ਅੰਦਰ ਬਾਹਰ ਭੈ ਨਾਲ ਭਰਿਆ ਹਨੇਰਾ ਸੀ। ਪਿੰਡ ਸਿੰਬਲੀ ਵਿੱਚ ਵੀ ਚੁੱਪ ਚਾਣ ਤੇ ਸੁੱਤਾ ਪਿਆ ਹਨੇਰਾ ਸੀ, ਪਰ ਚਾਰੇ ਪਾਸੇ ਅੱਗਾਂ ਲੱਗੀਆਂ ਹੋਈਆਂ ਸੀ। ਲੋਕਾਂ ਦਾ ਜੀਵਨ ਸੜ ਰਿਹਾ ਸੀ। ਖੌਰੇ ਪੰਜਾਬ ਦਾ ਇਤਿਹਾਸ ਵੀ ਅੱਜ ਕਿਸੇ ਨੂੰ ਪਤਾ ਵੀ ਨਹੀਂ। ਹਿੰਦੁਸਤਾਨ ਦੀ ਆਜ਼ਾਦੀ ਦਾ ਅਸਲ ਮੁੱਲ ਕਿੰਨੇ ਭਰਿਆ? ਉਹ ਪੰਜਾਬ ਸੀ। ਉਹ ਮੇਰਾ ਤਾਇਆ ਨਿਆਮਤ ਖਾਂ ਸੀ। ਮੇਰੀ ਤਾਈ, ਮੇਰੀ ਦਾਦੀ, ਮੇਰੀਆਂ ਭੈਣਾਂ, ਮੇਰੇ ਭਰਾ ਸਾਰੇ ਹੀ ਸੀ। ਉਹਨਾਂ ਵਿੱਚੋਂ ਇੱਕ 4 ਸਾਲਾਂ ਦੀ ਕਾਕੀ ਵੀ ਸੀ। ਨਾਜ਼ਰਾ ਨਾਂ ਸੀ ਉਹਦਾ। ਮੇਰੇ ਤਾਏ ਦੀ ਨਿੱਕੀ ਧੀ। ਪਰ ਉਸ ਰਾਤ ਜਾਗਣ ਵਾਲੇ ਕਈ ਹੋਰ ਵੀ ਸੀ। ਦਿੱਲੀ ਵਿੱਚ ਪੰਡਤ ਨਹਿਰੂ ਜਾਗ ਰਿਹਾ ਸੀ। ਕਰਾਚੀ ਵਿੱਚ ਜਿਨ੍ਹਾਂ ਨੂੰ ਨੀਂਦਰ ਨਹੀਂ ਸੀ ਆਈ, ਉਹਨਾਂ ਨੂੰ ਬਹੁਤੀ ਰੌਸ਼ਨੀ, ਬਹੁਤੀ ਖੁਸ਼ੀ ਤੇ ਬਹੁਤੀ ਕਾਮਯਾਬੀ ਦੀ ਵਜ੍ਹਾ ਨਾਲ ਜਾਗਣਾ ਪੈ ਰਿਹਾ ਸੀ। ਫਿਰ ਵੀ ਉਹਨਾਂ ਨੇ ਅੱਧੀ ਰਾਤ ਦੀ ਸਲਾਮੀ ਤਾਂ ਲੈਣੀ ਸੀ। ਅੱਧੀ ਰਾਤ ਦੀ ਸਲਾਮੀ ਵਿੱਚ ਉਹਨਾਂ ਦੋਹਾਂ ਨੇ ਤਾਏ ਨੂੰ ਯਾਦ ਨਾ ਰੱਖਿਆ। ਹਾਲਾਂਕਿ ਤਾਇਆ ਉਹਨਾਂ ਤੋਂ ਚੰਗਾ ਜਾਣਦਾ ਸੀ। ਮੇਰਾ ਤਾਇਆ ਆਜ਼ਾਦੀ ਨੂੰ ਚੰਗਾ ਜਾਣਦਾ ਸੀ। ਉਹਦਾ ਖਿਆਲ ਸੀ ਆਜ਼ਾਦੀ ਨਾਲ ਤਰੱਕੀ ਹੋਵੇਗੀ, ਪਰ ਆਜ਼ਾਦੀ ਦੇ ਪਹਿਲੇ ਦਿਨ ਉਹ ਕੱਲਾ ਛੱਡ ਦਿੱਤਾ ਗਿਆ। ਹੁਕਮਰਾਨ ਆਪਣੀਆਂ ਕਮਜ਼ੋਰੀਆਂ ਦੀ ਸੰਗਤ ਵਿੱਚ
ਦੁਪਹਿਰਾਂ ਵੇਲੇ ਨਾਲ ਦਿਆਂ ਦਾ ਮੁੰਡਾ ਕੰਧ ਟੱਪ ਕੇ ਪੌੜੀਆਂ ਚੜ੍ਹਿਆ। ਉਹਦੇ ਸਾਹ ਵਿੱਚ ਸਾਹ ਨਹੀਂ ਸੀ ਰਲਦਾ। ਬਾਈ, ਆਪਣੇ ਪਿੰਡ ਵਿੱਚ ਵੀ ਜੱਥਾ ਆ ਗਿਆ। ਉਹਨਾਂ ਕੋਲ ਲਿਸ਼ਕਦੀਆਂ ਛਵੀਆਂ ਨੇ ਤੇ ਤੇਲ ਦੇ ਪੀਪੇ। ਆਪਣੀ ਹਵੇਲੀ ਤਾਂ ਅੱਗ ਲਾ ਵੀ ਛੱਡੀ ਐ। ਤਾਏ ਨੇ ਉਹਦੀ ਗੱਲ ਸੁਣ ਕੇ ਆਪਣੀ ਪਲਸਤਰ ਚੜੀ ਲੱਤ ਵੱਲ ਵੇਖਿਆ, ਫੇਰ ਆਪਣੀ ਜਵਾਨ ਧੀ ਵੱਲ। ਪਿੱਛੋਂ ਉਹਦੀ ਨਿਗਾਹ ਨਿੱਕੇ ਪੁੱਤਰ ਉੱਤੇ ਪਈ ਤੇ ਬੁੱਢੜੀ ਮਾਂ ਤੇ। ਇਹਨਾਂ ਦੀ ਨਹੀਂ, ਤਾਏ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਸਾਹਮਣੇ ਦੇ ਚੁਬਾਰੇ ਵਿੱਚ ਕੁੰਡੇ ਲਾਈ ਬੈਠੀਆਂ ਸੀ। ਆਪਣੇ ਘਰ ਦੀਆਂ ਕੁੜੀਆਂ, ਔਰਤਾਂ ਦੇ ਨਾਲ ਚਾਚੇ ਜਲਾਲ ਦੀਆਂ ਧੀਆਂ ਵੀ ਉੱਥੇ ਹੀ ਆ ਲੁਕੀਆਂ ਸੀ। ਤਾਏ ਦੇ ਡੁੱਬਦੇ ਦਿਲ ਨੇ ਇੱਕ ਤੀਲੇ ਨੂੰ ਹੱਥ ਜਿਹਾ ਪਾਇਆ। ਕੀ ਪਤਾ ਪਿੰਡ ਦਿਆਂ ਵਿੱਚੋਂ ਕੋਈ ਆਵੇ, ਕੋਈ ਬਚਾਉਣ ਵਾਲਾ ਹੋਵੇ, ਉਹ ਜਿਨ੍ਹਾਂ ਨੇ ਕੈਂਪ ਜਾਣ ਤੋਂ ਡੱਕਿਆ ਸੀ। ਹਿਫਾਜ਼ਤ ਦਾ ਵਾਅਦਾ ਕੀਤਾ ਸੀ, ਪਰ ਨਹੀਂ। ਦਿਨ ਟਲ ਗਿਆ, ਕੋਈ ਨਾ ਆਇਆ, ਕਿਸੇ ਨਾ ਪੁੱਛਿਆ। ਉਹ ਵੇਲਾ ਸੀ ਜਦੋਂ ਥੱਲੇ ਵਾਲੇ ਦਲਾਨ ਦੇ ਭਾਰੇ ਦਰਵਾਜ਼ੇ ਭੰਨੇ ਗਏ। ਫਿਰ ਬਹੁਤੇ ਸਾਰੇ ਪੈਰ ਪੌੜੀਆਂ ਚੜ੍ਹੇ। ਚੁਬਾਰੇ ਦਾ ਬੂਹਾ ਏਡਾ ਮਜ਼ਬੂਤ ਨਹੀਂ ਸੀ। ਉਹ ਬਹੁਤ ਸਾਰੇ ਸਨ, ਅਸਲਾ ਵੀ ਬਹੁਤ ਸਾਰਾ। ਲਸ਼ਕਰੀ ਜਨੂਨ ਦੀ ਹੱਦ ਮੁੱਕ ਗਈ। ਗੁਰੂ ਨਾਨਕ ਦੇ ਮਜ਼ਹਬ ਵਾਲੇ ਨੇ ਵਾਹਿਗੁਰੂ ਦਾ ਨਾਰਾ ਮਾਰ ਕੇ ਤਾਏ ਦਾ ਸੀਨਾ ਚੀਰ ਦਿੱਤਾ। ਦੂਸਰੇ ਨੇ ਨਿੱਕੀ ਜਿਹੀ ਕਾਕੀ ਦੀ ਗਰਦਨ ਮਰੋੜ ਦਿੱਤੀ। ਤੀਸਰੇ ਨੇ ਆਪਣੀ ਦਾਦੀ ਵਰਗੀ ਨੂੰ ਮਾਰ ਸੁੱਟਿਆ। ਮੇਰੀ ਤਾਈ ਨੇ ਆਪਣੇ ਪਿੰਡ ਦੇ ਧਰਮਸਿਆਂ ਨੂੰ ਪਛਾਣ ਕੇ ਸਿਆਪਾ ਕੀਤਾ। ਹੈ ਹਾਏ ਵੇ, ਤੂੰ ਵੀ। ਲੁੱਟ ਮਾਰ ਦਾ ਕੰਮ ਛੇਤੀ ਪੂਰਾ ਹੋ ਗਿਆ। ਪਿੰਡ ਸਿੰਬਲੀ ਦੇ ਰਾਜਪੂਤਾਂ ਦਾ ਘਰੋਂ ਸੋਨਾ ਤੇ ਸੋਨੇ ਵਰਗੀਆਂ ਕੁੜੀਆਂ ਲੈ ਕੇ ਨਿਕਲੇ ਤਾਂ ਸੂਰਜ ਨੇ ਅੱਖ ਨੀਵੀਂ ਕਰ ਲਈ। ਆਜ਼ਾਦੀ ਦੇ ਪਹਿਲੇ ਦਿਨ ਦਾ ਸੂਰਜ ਸ਼ਰਮਾਉਂਦਾ ਸੀ। ਹੋਰ ਲਾਸ਼ਾਂ ਨਾਲ ਭਰੇ ਵਿਹੜੇ ਤੇ ਚੁਬਾਰੇ ਉੱਤੇ ਖੌਰੇ ਰਾਤ ਨੂੰ ਤਰਸ ਆ ਗਿਆ। ਉਸੇ ਨੇ ਕਾਲੀ ਚਾਦਰ ਨਾਲ ਪਰਦੇ ਢੱਕ ਦਿੱਤੇ। ਉਸ ਸ਼ਾਮ ਹਵੇਲੀ ਨੂੰ ਕੋਈ ਵੀ ਘਰ ਨਾ ਆਇਆ। ਕੌਣ ਆਉਂਦਾ? ਨੌਕਰ ਜੋ ਦੁੱਧ ਲੈ ਕੇ ਆਉਂਦੇ ਸੀ। ਹੌਰੇ ਕਿੱਥੇ ਕਿੱਥੇ ਮਾਰੇ ਗਏ ਜਾਂ ਲੁਕ ਗਏ। ਗਾਈਆਂ, ਮੱਝਾਂ ਜਿਨ੍ਹਾਂ ਦੇ ਦੁੱਧ ਨਾਲ ਭਰੇ ਗੜਵੇ ਹੁੰਦੇ ਸੀ, ਲੋਕੀ ਖੋਲ ਕੇ ਲੈ ਗਏ। ਪਰ ਉਸ ਸ਼ਾਮ ਨੂੰ ਬਤਖਾਂ ਰੋਜ਼ ਵਾਂਗ ਵੇਲੇ ਸਿਰ ਘਰ ਆਈਆਂ। ਚਿੱਟੀਆਂ ਸਫੈਦ ਪੂਰੀਆਂ 12 ਬਤਖਾਂ ਮੇਰੀ ਤਾਈ ਨੇ ਰੱਖੀਆਂ ਹੋਈਆਂ ਸੀ। ਉਹ ਹਰ ਰੋਜ਼ ਸਵੇਰੇ ਸਵੇਰੇ ਦਾਣਾ ਖਾ ਕੇ ਘਰੋਂ ਨਿਕਲਦੀਆਂ, 4 ਗਲੀਆਂ ਪਾਰ ਕਰਕੇ ਹਵੇਲੀ ਆਪਣੀਆਂ ਸਾਰਾ ਦਿਨ ਨੇੜੇ ਦੇ ਛੱਪੜ ਵਿੱਚ ਧਰਦੀਆਂ। ਸੂਰਜ ਛੁਪੇ ਘਰ ਪਰਤਾਉਂਦੀਆਂ। ਤਾਈ ਨੇ ਉਹਨਾਂ ਲਈ ਚੰਗੇਰ ਭਰ ਕੇ ਰੋਟੀਆਂ ਦੇ ਭੋਰੇ ਰੱਖੇ ਹੁੰਦੇ। ਪਰ ਅੱਜ ਵਿਹੜੇ ਵਿੱਚ ਪੈਰ ਪਾਉਂਦੇ ਉਹਨਾਂ ਨੂੰ ਲੱਗਾ, ਪਤਾ ਨਹੀਂ ਬਤਖਾਂ ਨੂੰ ਕਿੰਝ ਦਾ ਲੱਗਾ, ਪਰ ਉਹਨਾਂ ਦੇ ਪੰਜਿਆਂ ਨੂੰ ਲਹੂ ਦਾ ਗਾਰਾ ਬਿਲਕੁਲ ਠੀਕ ਨਾ ਲੱਗਾ। ਇਹ ਆਪਣੇ ਵਿਹੜੇ ਵਿੱਚ ਕਹੀ ਵਾਪਰੀ। ਤੜਾ ਤੜਾ ਦੀਆਂ ਆਵਾਜ਼ਾਂ ਨਾਲ ਉਹਨਾਂ ਇਤਜਾਜ ਵੀ ਕੀਤਾ। ਆਪਣੇ ਪੰਜੇ ਤੇ ਖੰਭ ਛੱਡਦਿਆਂ ਅੱਗੇ ਵਧੀਆਂ, ਪਰ ਅੱਗੇ ਕਿੱਥੇ, ਅੰਦਰ ਤਾਈਂ ਧੂਏ ਨਾਲ ਭਰਿਆ ਹੋਇਆ ਸੀ। ਇੱਕ ਵਾਰੀ ਫੇਰ ਲਹੂ ਦੇ ਛੱਪੜ ਵਿੱਚੋਂ ਲੰਘ ਕੇ ਉਹ ਗਲੀ ਵਿੱਚ ਆ ਖਲੋਤੀਆਂ। ਕਿੱਥੇ ਜਾਣ? ਉਸ ਸ਼ਾਮ ਮੇਰੀ ਤਾਈ ਦੀਆਂ ਚਿੱਟੀਆਂ ਸਫੈਦ ਬਤਖਾਂ ਡੱਬ ਖੜੱਬੀਆਂ ਹੋ ਚੁੱਕੀਆਂ ਸੀ। ਉਹਨਾਂ ਦੇ ਪਰਾਂ ਤੇ ਲਾਲ ਸੁਰਖ ਲਹੂ ਦੇ ਡੱਬ ਸੀ। ਪੰਜਾਬ ਦੀ ਤਵਾਰੀਖ ਵਾਂਗ ਏਡੀ ਪੁਰਾਣੀ ਗੱਲ ਦਾ ਲਹੂ ਅੱਜ ਵੀ ਉਸੇ ਤਰ੍ਹਾਂ ਰੱਤਾ ਲਾਲ ਏ। ਮੈਨੂੰ ਲੱਗਦਾ ਹੈ ਤਾਈ ਦੀਆਂ ਬਤਖਾਂ ਨੇ ਤਾਂ ਨਿੱਕੇ ਜਿਹੇ ਛੱਪੜ ਵਿੱਚ ਨਹਾ ਕੇ ਆਪਣੇ ਖੰਭ ਸਾਫ਼ ਕਰ ਲਏ ਹੋਣਗੇ, ਪਰ ਉਹ ਜਿਨ੍ਹਾਂ ਦੀ ਰੂਹ ਦਾ ਕੱਪੜਾ ਮੇਰੇ ਖੂਨ ਵਿੱਚ ਭਿੱਜ ਗਿਆ ਸੀ, ਕੀ ਉਹਨਾਂ ਲਈ ਪੰਜਾਬ ਦੇ 5 ਪਾਣੀ ਪੂਰੇ ਹੋਏ?